ਇਸੇ ਤਰ੍ਹਾਂ ਸਿੱਖੀ ਆ, ਜਦੋਂ ਸੰਘਰਸ਼ ਦਾ ਸਮਾਂ ਆਉਂਦਾ, ਜਦੋਂ ਕੋਈ ਚੁਣੌਤੀਆਂ ਪੇਸ਼ ਆਉਣੀਆਂ, ਉਦੋਂ ਹੀ ਸਿੱਖਾਂ ਦੇ ਜਿਹੜੇ ਅਸਲ ਰੰਗ ਉਗੜਦੇ ਆ। ਇਸੇ ਤਰ੍ਹਾਂ ਸਿੱਖੀ ਆ, ਜਦੋਂ ਸੰਘਰਸ਼ ਦਾ ਸਮਾਂ ਆਉਂਦਾ, ਜਦੋਂ ਕੋਈ ਚੁਣੌਤੀਆਂ ਪੇਸ਼ ਆਉਣੀਆਂ, ਉਦੋਂ ਹੀ ਸਿੱਖਾਂ ਦੇ ਜਿਹੜੇ ਅਸਲ ਰੰਗ ਉਗੜਦੇ ਆ। ਤੇ ਹੁਣ ਚੁਣੌਤੀਆਂ ਪੇਸ਼ ਆਈਆਂ ਨੇ। ਦੇਖੋ, ਔਗਣਾ ਕਰਕੇ ਤਾਂ ਕਿਸੇ ਨਾਲ ਈਰਖਾ ਹੁੰਦੀ ਨਹੀਂ, ਕਿਸੇ ਨੂੰ ਗੁਣਾਂ ਨਾਲ ਹੀ ਈਰਖਾ ਹੁੰਦੀ ਆ। ਜਿਹੜੇ ਰਾਜਨੀਤਿਕ ਲੋਕ ਵੋਟ ਪੋਲੀਟਿਕਸ ਵਾਲੇ ਆ, ਉਹ ਦੂਰ ਰੱਖੇ ਗਏ ਆ ਇਸ ਕਰਕੇ ਕਿ ਉਹ ਪਾਟੋ ਧਾੜ ਨਾ ਕਰ ਦੇਣ ਜਾਂ ਆਪਣਾ ਕੋਈ ਲਾਹਾ ਨਾ ਲੈਣ। ਉਹ ਗੱਲ ਠੀਕ ਹੈ, ਬਟ ਇਹਦੇ ਜੋ ਪੋਲੀਟਿਕਸ ਨਹੀਂ ਤੁਸੀਂ ਦੂਰ ਰੱਖ ਸਕਦੇ। ਏਕਮ ਟੀਵੀ ਦੇ ਨਾਲ ਔਰ ਅੱਜ ਦੀ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਅਸੀਂ ਸਿੱਗੂ ਬਾਰਡਰ ਤੋਂ ਕੁੰਡਲੀ ਬਾਰਡਰ ਵੱਲ ਨੂੰ ਜਾਂਦੇ ਹੋਏ ਬਿਲਕੁਲ ਰਸਤੇ ਦੇ ਵਿੱਚ ਹਾਂ। ਔਰ ਇੱਥੇ ਕਿਤਾਬ ਘਰ ਹੈ, ਪੰਥ ਸੇਵਕ ਜਥਾ ਪੰਜਾਬ ਜਿਹੜਾ ਕਿ ਇਸ ਨੂੰ ਆਰਗੇਨਾਈਜ਼ ਕਰ ਰਿਹਾ। ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਟਾਲਸ ਲੱਗੀਆਂ ਹੋਈਆਂ ਹਨ ਕਿਤਾਬਾਂ ਦੀਆਂ, ਔਰ ਜਿਹਦੇ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕਿਤਾਬਾਂ ਤੁਹਾਨੂੰ ਮਿਲ ਜਾਂਦੀਆਂ ਨੇ। ਜਿੱਥੇ ਧਾਰਮਿਕ ਲੈਵਲ ਦੀਆਂ ਕਿਤਾਬਾਂ ਨੇ, ਉਹਦੇ ਨਾਲ ਇਤਿਹਾਸ ਵੀ ਹੈ, ਤੇ ਕੁਦਰਤ ਦੇ ਨਾਲ ਕੋਈ ਛੇੜਛਾੜ ਹੋ ਰਹੀ ਹੈ, ਜਿਵੇਂ ਵਾਤਾਵਰਨ ਤੇ ਪਾਣੀਆਂ ਦੀ ਜਿਹੜੀਆਂ ਨੂੰ ਲਈ ਅਵੇਅਰ ਕਰਨ ਵਾਸਤੇ ਵੀ ਇੱਥੇ ਤੁਹਾਨੂੰ ਲਿਟਰੇਚਰ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। ਔਰ ਇਸ ਟਾਈਮ ਅਸੀਂ ਉਸ ਕਿਤਾਬ ਘਰ ਜੋ ਕਿ ਪੰਥਕ ਜਥਾ ਸੇਵਕ ਜਥਾ ਜਿਹੜਾ ਹੈ ਪੰਜਾਬ, ਉਸ ਨੂੰ ਆਰਗੇਨਾਈਜ਼ ਕਰ ਰਿਹਾ, ਉੱਥੇ ਹੀ ਅਸੀਂ ਇਸ ਟਾਈਮ ਬੈਠੇ ਹਾਂ। ਔਰ ਸਾਡੇ ਨਾਲ ਜੁੜੇ ਨੇ ਮਨਧੀਰ ਸਿੰਘ ਜੀ ਔਰ ਪੰਜੀ ਮਾਨਪੁਰ ਜੀ, ਔਰ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਕਿ ਕਦੋਂ ਤੋਂ ਇਸ ਅੰਦੋਲਨ ਦੇ ਵਿੱਚ ਹੈ ਨੇ ਤੇ ਕਿੱਦਾਂ ਇਸ ਅੰਦੋਲਨ ਨੂੰ ਸਮਝਦੇ ਨੇ। ਔਰ ਤੁਸੀਂ ਇਸ ਟਾਈਮ ਜੁੜੇ ਹੋ ਏਕਮ ਟੀਵੀ ਦੇ ਨਾਲ, ਤੇ ਮੈਂ ਓਂਕਾਰ ਸਿੰਘ ਇੱਕ ਵਾਰੀ ਫੇਰ ਆਪ ਸਭ ਨੂੰ ਏਕਮ ਟੀਵੀ ਦੇ ਨਾਲ ਜੁੜਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਗੱਲਬਾਤ ਕਰਨੀ ਚਾਹਾਂਗੇ, ਕੀ ਸਮਝਦੇ ਹੋ ਜਿਹੜਾ ਅੰਦੋਲਨ ਇਸ ਮੁਕਾਮ ਤੱਕ ਹੁਣ ਪਹੁੰਚਿਆ, ਇਹਦੇ 'ਚ ਸਭ ਤੋਂ ਵੱਡਾ ਰੋਲ ਕਿਹਦਾ ਮੰਨਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਲ ਤਾਂ ਅਕਾਲ ਪੁਰਖ ਪਾਤਸ਼ਾਹ ਦਾ ਹੀ ਆ, ਉਹਦਾ ਇਹ ਰਚਿਆ ਹੋਇਆ ਸਾਰਾ ਨਾਟਕ ਹੈ। ਬਾਕੀ ਬੰਦੇ ਤਾਂ ਆਪੋ ਆਪਣੀ ਭੂਮਿਕਾ ਨਿਭਾ ਰਹੇ, ਜਿੱਦਾਂ ਦੀ ਉਹ ਸਾਰਿਆਂ ਕੋਲ ਸੇਵਾ ਲੈ ਰਿਹਾ। ਹਾਂਜੀ, ਮਾਜੂਬਾ ਜੀ, ਤੁਹਾਡੇ ਤੋਂ ਇੱਕ ਪ੍ਰਸ਼ਨ ਹੈ ਮੇਰਾ ਵੀ, ਰਾਜਨੀਤਿਕ ਪ੍ਰਭਾਵ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਅੰਦੋਲਨ ਦੇ ਆਉਣ ਵਾਲੇ ਟਾਈਮ 'ਚ? ਦੇਖੋ, ਰਾਜਨੀਤਿਕ ਜਿਹੜੇ ਫੈਸਲੇ ਆ, ਜਿਹੜੇ ਮੁੱਢਲੇ ਤੌਰ ਤੇ ਜਿਨ੍ਹਾਂ ਦੇ ਕਰਕੇ ਇਹ ਅੰਦੋਲਨ ਸ਼ੁਰੂ ਹੋਇਆ, ਖੇਤੀ ਬਿੱਲ ਜਿਹੜੇ ਪਾਸ ਕੀਤੇ ਆ ਮੋਦੀ ਸਰਕਾਰ ਨੇ, ਉਹਦਾ ਭਾਵੇਂ ਬੇਸ ਬਣਿਆ, ਪਰ ਨਾਲ ਦੀ ਨਾਲ ਹੈਗਾ ਵੀ ਇਹਦਾ ਹੁਣ ਪ੍ਰਭਾਵ ਇਕੱਲਾ ਉਹਨਾਂ ਬਿੱਲਾਂ ਦੀ ਵਾਪਸੀ ਤੱਕ ਨਹੀਂ ਰਹਿਣਾ। ਇਹਦੇ ਦੂਰਗਾਮੀ ਪ੍ਰਭਾਵ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਵੀ, ਇੰਡੀਆ ਤੇ ਖਾਸ ਤੌਰ ਤੇ ਪੰਜਾਬ ਤੇ ਸਿੱਖ ਸਿਆਸਤ ਦੇ ਉੱਤੇ ਦੇ ਜਿਹੜੇ ਸਿੱਟੇ ਦੇਖਣ ਨੂੰ ਮਿਲ ਸਕਦੇ ਆ। ਉਹਦੇ 'ਚ ਦੇਖੋ, ਇੱਕ ਜਿਹੜੀ ਮਨੁੱਖਤਾਵਾਦੀ ਤੇ ਕੁਦਰਤ ਪ੍ਰਤੀ ਜਿਹੜੀ ਇੱਕ ਰਾਜਨੀਤੀ ਹੋਣੀ ਚਾਹੀਦੀ ਵੱਖਰੀ, ਜਿਹਦੀ ਕਿ ਲੰਮੇ ਸਮੇਂ ਤੋਂ ਦੁਨੀਆ ਨੂੰ ਲੋੜ ਹੈਗੀ ਆ। ਇੱਕ ਜਿਵੇਂ ਤੀਸਰ ਪੰਥ ਦੀ ਗੱਲ ਆ, ਜਾਂ ਦੋ ਅੱਗੇ ਚੱਲਦੇ ਸੀ ਹਨਾ, ਪੂੰਜੀਪਤੀ ਤੇ ਦੂਜਾ ਸਿਸਟਮ ਜਿਹੜਾ ਅਰਥ ਪ੍ਰਬੰਧ ਵੀ, ਇੱਥੇ ਹੁਣ ਇੱਕ ਸਿਸਟਮ ਹੀ ਬਣ ਰਿਹਾ ਹੈਗਾ। ਜੇ ਤੁਸੀਂ ਇਹਦੇ ਵਿੱਚੋਂ ਗੁਜ਼ਰਦੇ ਹੋ, ਸਾਰੇ ਅੰਦੋਲਨ ਦੇ ਵਿੱਚੋਂ, ਸਾਰੇ ਵਹੀਲ ਦੇ ਵਿੱਚੋਂ ਲੰਘਦੇ ਹੋ, ਤਾਂ ਤੁਹਾਨੂੰ ਸਾਰਾ ਸਿਸਟਮ ਦੇਖਣਾ ਵੀ ਅਰਥ ਪ੍ਰਬੰਧ ਕਿਵੇਂ ਦਾ ਹੋਵੇ, ਕਿਵੇਂ ਲੋਕਾਂ ਦਾ ਆਪਸੀ ਸੰਜਮੀ ਸੰਤੋਖੀ ਵਾਲਾ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਹੀ ਆ। ਸੋ ਜਿਹੜੀ ਰਾਜਨੀਤੀ ਹੈਗੀ ਆ ਅੱਗੇ, ਉਹ ਉਪਭੋਗਤਾਵਾਦੀ ਵਾਲੀ ਹੈਗੀ ਆ, ਜਾਂ ਪੂੰਜੀਪਤੀਆਂ ਦਾ ਕਾਰਪੋਰੇਟ ਹੈਗਾ, ਉਹਨੂੰ ਇੱਕ ਚੈਲੰਜ ਆ। ਤੇ ਕੁਦਰਤ ਦੇ ਨੇੜੇ ਰਾਜਨੀਤੀ, ਕੁਦਰਤ ਦੇ ਨੇੜੇ ਮਨੁੱਖਤਾ ਦਾ ਜਿਹੜਾ ਜੀਵਨ ਆ, ਉਹ ਕਿਵੇਂ ਦਾ ਹੋਣਾ ਚਾਹੀਦਾ, ਉਹ ਸਾਰਾ ਕੁਝ ਸਾਨੂੰ ਇੱਥੋਂ ਦੇਖਦੇ ਆ, ਤੇ ਇਹਦੇ ਵਿੱਚੋਂ ਹੀ ਸਾਰਾ ਕੁਝ ਨਿਕਲੂਗਾ। ਔਰ ਮੰਤਰੀ ਜੀ, ਕਿਵੇਂ ਦੇਖਦੇ ਹੋ ਧਾਰਮਿਕ ਵੀ ਪ੍ਰਭਾਵ ਆਉਣ ਵਾਲੇ ਨੇ? ਲੜਾਈਆਂ ਲੜੀਆਂ ਨੇ ਪੰਜਾਬ ਨੇ ਮੋਹਰੀ ਹੋ ਕੇ, ਮੁਗਲਾਂ ਦੇ ਨਾਲ ਲੜਾਈਆਂ ਲੜੀਆਂ ਨੇ, ਉਸ ਤੋਂ ਬਾਅਦ ਅੰਗਰੇਜ਼ ਆ ਗਏ, ਉਹਨਾਂ ਦੇ ਨਾਲ ਵੀ ਪੰਜਾਬ ਮੋਹਰੀ ਰਹਿ ਕੇ ਲੜਿਆ ਹੈ। ਇਸ ਅੰਦੋਲਨ ਉਸ ਤੋਂ ਬਾਅਦ ਬਲੂ ਸਟਾਰ ਦਾ ਸਮਾਂ ਅਸੀਂ ਹੰਢਾਇਆ, 1984 ਆਇਆ ਪੰਜਾਬ ਦੇ ਉੱਤੇ। ਫਿਰ ਕਿਤੇ ਨਾ ਕਿਤੇ ਪੰਜਾਬ ਨੂੰ ਦਾ ਜਿਹੜਾ ਇਤਿਹਾਸ ਸੀਗਾ, ਜਾਂ ਜਿਹੜੀਆਂ ਸਾਡੇ ਕਾਵ ਸੀਗੇ, ਸਾਡਾ ਸਿਲੇਬਸ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਸਾਨੂੰ ਕਿਤੇ ਨਾ ਕਿਤੇ ਹੋਰ 10 ਸਾਲ ਦਾ ਦਹਾਕਾ ਅੱਗੇ ਆ ਜਾਈਏ ਤਾਂ ਸਾਨੂੰ ਨਸ਼ੇ ਦੇ ਵਿੱਚ ਧਕੇਲ ਦਿੱਤਾ ਗਿਆ, ਜਾਂ ਉਹ ਮੈਨੂਪੂਲੇਸ਼ਨ ਸੀ ਜਾਂ ਅਸਲੀਅਤ ਕੋਈ ਸੀਗੀ, ਇਹ ਤਾਂ ਅਗਲਾ ਸਮਾਂ ਹੀ ਦੱਸੇਗਾ। ਬਹੁਤ ਲੰਬੇ ਸਮੇਂ ਬਾਅਦ ਅੱਜ ਜਿਹੜਾ ਨੌਜਵਾਨ ਹੈ ਇਸ ਪਲੇਟਫਾਰਮ ਤੇ ਇਕੱਠਾ ਹੋਇਆ, ਬਿਨਾਂ ਕਿਸੇ ਖੌਫ ਤੋਂ, ਬਿਨਾਂ ਕਿਸੇ ਡਰ ਤੋਂ, ਇੱਕ ਨਿਰਭਉ ਹੋ ਕੇ ਤੇ ਇੱਕ ਨਿਰਵੈਰ ਦੀ ਤਰ੍ਹਾਂ ਜਿਹੜਾ ਉਹ ਇੱਥੇ ਨੌਜਵਾਨ ਸਾਡਾ ਆਇਆ। ਇਹ ਲਾਮਬੰਦੀ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਦੇਖੋ ਜਿੱਥੇ ਸਿੱਖਾਂ ਦੀ ਚੜ੍ਹਦੀ ਕਲਾ ਦਾ ਮਸਲਾ ਹੈ, ਸਿੱਖੀ ਦਾ ਬੂਟਾ ਹੀ ਇਸ ਤਰ੍ਹਾਂ ਦਾ ਜਿਹੜਾ ਸੰਘਰਸ਼ ਦੇ ਵਿੱਚ ਹੀ ਫਲਦਾ ਜੀ। ਜਿੱਦਾਂ ਹਰੇਕ ਫਸਲ ਦਾ ਸੰਬੰਧ ਮੌਸਮ ਦੇ ਨਾਲ ਹੁੰਦਾ, ਜਿੱਦਾਂ ਹੁਣ ਸਿਆਲ ਹੈ ਇਹਦੇ ਵਿੱਚ ਹੀ ਕਣਕ ਹੈ ਜਿਹੜੀ ਉਹਨੇ ਫੈਲਣਾ ਹੈ ਨਾ, ਇਸੇ ਤਰ੍ਹਾਂ ਸਿੱਖੀ ਹੈ ਜਦੋਂ ਸੰਘਰਸ਼ ਦਾ ਸਮਾਂ ਆਉਂਦਾ, ਜਦੋਂ ਕੋਈ ਚੁਣੌਤੀਆਂ ਪੇਸ਼ ਆਉਣੀਆਂ, ਉਦੋਂ ਹੀ ਸਿੱਖਾਂ ਦੇ ਜਿਹੜੇ ਅਸਲ ਰੰਗ ਉਗੜਦੇ ਆ। ਤੇ ਹੁਣ ਚੁਣੌਤੀਆਂ ਪੇਸ਼ ਆਈਆਂ ਨੇ ਤੇ ਬਾਕੀ ਜਿੰਨੀ ਵੀ ਵੱਖਰੀ ਤਰ੍ਹਾਂ ਦੀ ਜਿਹੜੀ ਧੂੜ ਗਰਦ ਸੀਗੀ, ਵਿਕਾਰਾਂ ਦੀ ਪੈ ਗਈ ਸੀਗੀ, ਉਹ ਸਾਰੀ ਲਹਿ ਗਈ ਹੈ ਤੇ ਜੋ ਅਸਲ ਸਿੱਖੀ ਹੈਗੀ ਆ ਉਹ ਦਿਸ ਰਹੀ ਹੈ, ਪਹਿਲਾਂ ਤੋਂ ਬਿਹਤਰ ਦਿਸ ਰਹੀ ਹੈ। ਇੱਕ ਮਤਲਬ ਕਿ ਨਵਾਂ ਰੰਗ ਇਸ ਅੰਦੋਲਨ ਨੇ ਦੇ ਜਾਣਾ। ਯੂਥ ਜਿਹੜਾ ਉਹ ਅੱਜ ਇੱਕ ਪਲੇਟਫਾਰਮ ਦੇ ਉੱਤੇ ਇੱਥੇ ਖੜਾ ਹੋ ਚੁੱਕਿਆ, ਔਰ ਕਿਤੇ ਨਾ ਕਿਤੇ ਜਿਹੜੇ ਹਜੇ ਵੀ ਇਹ ਗੱਲ ਜਿਹੜੀ ਹੈ ਭਾਰਤ ਦੀ ਸਰਕਾਰ ਨੂੰ ਕਹਿ ਲਈਏ, ਕੁਝ ਏਜੰਸੀਜ਼ ਨੇ ਉਹਨਾਂ ਨੂੰ ਕਹਿ ਲਈਏ, ਜਾਂ ਜਿਹੜਾ ਮੀਡੀਆ ਹੈ, ਗੋਦੀ ਮੀਡੀਆ ਜਿਹੜਾ ਜਿਹਨੂੰ ਅੱਜ ਨਾਂ ਦੇ ਦਿੱਤਾ ਗਿਆ, ਉਹ ਹਜੇ ਵੀ ਕਿਤੇ ਉਹਨੂੰ ਇਹ ਜਿਵੇਂ ਕਿ ਨਾ ਇੱਕ ਜੈਲਸੀ ਨਹੀਂ ਹੁੰਦੀ ਦੂਸਰਿਆਂ ਤੋਂ, ਉਹਨੂੰ ਐਂ ਲੱਗੀ ਜਾਂਦਾ ਕਿ ਪੰਜਾਬ ਮੋਰੀ ਕਿਉਂ ਹੈ। ਬਲਕਿ ਉਹ ਇੱਕੋ ਇਸੇ ਬਾਰ-ਬਾਰ ਇਸ ਗੱਲ ਦੀ ਉਹਨਾਂ 'ਚ ਬਹੁਤ ਚਰਚਾ ਹੋ ਰਹੀ ਹੈ ਵੀ ਪੰਜਾਬ ਹੀ ਮੋਰੀ ਹੈ। ਲੱਗਦਾ ਸ਼ਾਇਦ ਕੋਈ ਹੋਰ ਸਟੇਟ ਮੋਰੀ ਹੁੰਦੀ, ਪਤਾ ਨਹੀਂ, ਸ਼ਾਇਦ ਬਿੱਲਾਂ ਦਾ ਹੁਣ ਤੱਕ ਹੱਲ ਕਰ ਹੀ ਦਿੰਦੇ, ਲੇਕਿਨ ਉਹਨਾਂ ਨੂੰ ਐਂ ਲੱਗ ਰਿਹਾ ਵੀ ਪੰਜਾਬ ਹੀ ਮੋਰੀ ਹੈ। ਤਾਂ ਪੰਜਾਬ ਨੂੰ ਇਸ ਤਰ੍ਹਾਂ ਕਿਉਂ ਲੈ ਰਹੇ ਨੇ? ਪੰਜਾਬ ਤਾਂ ਮੁਗਲਾਂ ਤੋਂ ਲੈ ਕੇ ਮੋਰੀ ਰਿਹਾ। ਅਗਰ ਮੁਗਲਾਂ ਦੀ ਲੜਾਈ ਸੀ ਤਾਂ ਵੀ ਪੰਜਾਬ, ਅੰਗਰੇਜ਼ ਪੰਜਾਬ 'ਚ ਬਾਹਰ 'ਚ ਐਂਟਰ ਹੁੰਦਾ, ਜਦੋਂ ਐਂਟਰ ਹੁੰਦਾ ਉਦੋਂ ਹੀ ਉਹਦਾ ਵਿਰੋਧ ਸ਼ੁਰੂ ਹੋ ਜਾਂਦਾ। ਤਾਂ ਇਹਨਾਂ ਸਾਰਿਆਂ ਦੇ ਵਿੱਚ ਅਗਰ ਕਿਤੇ ਕੋਈ ਅੰਦੋਲਨ ਵੱਡੇ ਹੋਏ ਨੇ ਜਾਂ ਪੰਜਾਬ, ਉੱਥੇ ਪੰਜਾਬ ਹੀ ਮੋਰੀ ਰਿਹਾ। ਤਾਂ ਹੁਣ ਵੀ ਇਹ ਗੱਲ ਹਜੇ ਤੱਕ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਹਜੇ ਉਹਨਾਂ ਨੂੰ ਐਂ ਲੱਗੀ ਜਾਂਦਾ ਵੀ ਪੰਜਾਬ ਹੀ ਮੋਰੀ ਹੈ। ਤਾਂ ਇਹ ਗੱਲ ਬੜੀ ਉਹਨਾਂ ਦੇ ਵਿੱਚ ਵਿਚਿੱਤਰ ਜੀ ਹੋਈ ਪਈ ਹੈ। ਮੈਂ ਮਾਨਪੁਰ ਭਾਈ ਤੁਹਾਡੇ ਤੋਂ ਵੀ ਇਸ ਤੇ ਜਵਾਬ ਲਵਾਂ। ਦੇਖੋ, ਔਗਣਾ ਕਰਕੇ ਤਾਂ ਕਿਸੇ ਨਾਲ ਈਰਖਾ ਹੁੰਦੀ ਨਹੀਂ, ਕਿਸੇ ਨੂੰ ਗੁਣਾਂ ਨਾਲ ਹੀ ਈਰਖਾ ਹੁੰਦੀ ਹੈ। ਤੋ ਇਹ ਸਾਡੇ ਗੁਣ ਹੈ ਜਿਹੜੇ ਸਰਬੱਤ ਦੇ ਭਲੇ ਦੇ ਲਈ, ਲੋੜਵੰਦ ਲਈ ਖੜਨ ਦੇ, ਨਿਤਾਣਿਆਂ ਦੇ ਹੱਕ 'ਚ ਖੜਨ ਦੇ, ਉਹ ਗੁਣ ਹੈ ਜਿਨ੍ਹਾਂ ਕਰਕੇ ਈਰਖਾ ਹੋ ਰਹੀ ਹੈ। ਪਰ ਮੈਂ ਇਹ ਗੱਲ ਵੀ ਨਾਲ ਕਹਿਣੀ ਚਾਹਣਾ ਕਿ ਜੇ ਅੱਜ ਸੰਘਰਸ਼ ਇੱਥੇ ਤੱਕ ਪਹੁੰਚਿਆ ਹੈ, ਉਹ ਵੀ ਸਿੱਖੀ ਦੀ ਵਜ੍ਹਾ ਕਰਕੇ ਹੀ ਹੈ। ਜੇ ਕੋਈ ਹੋਰ ਸਟੇਟ ਲੜਦੀ ਹੁੰਦੀ ਤੇ ਬਹੁਤ ਚਿਰ ਦੇ ਡੰਡੇ ਮਾਰ ਕੇ ਦੜਾਤੇ ਹੁੰਦੇ। ਜਿਹੜੀਆਂ ਸਿੱਖਾਂ ਦੀ ਓਵਰਆਲ ਜਿਹੜੀ ਸਿੱਖਾਂ ਦੀ ਪੰਥ ਦੀ ਸਾਂਝੀ ਤਾਕਤ ਹੈ, ਉਸ ਤਾਕਤ ਕਰਕੇ ਹੀ ਸਟੇਟ ਇਹਨਾਂ ਦੇ ਹਮਲਾ ਨਹੀਂ ਕਰ ਪਾ ਰਹੀ। ਹਾਲਾਂਕਿ ਇਹ ਤੋਂ ਪਹਿਲਾਂ ਆਪਾਂ ਬਾਕੀ ਸੰਘਰਸ਼ ਦੇਖੇ ਨੇ, CAA ਦਾ ਹੋਇਆ, ਚਾਹੇ 370 ਦਾ ਹੋਇਆ, ਉਹ ਹੋਰ ਵੀ ਬੜੇ ਸੰਘਰਸ਼ ਹੋਏ ਜਿਨ੍ਹਾਂ ਦੀ ਗਿਣਤੀ ਸਾਡੇ ਤੋਂ ਜ਼ਿਆਦਾ ਸੀਗੀ ਪ੍ਰਭਾਵਿਤ ਲੋਕਾਂ ਦੀ, ਪਰ ਸਰਕਾਰ ਨੇ ਬੜੇ ਆਰਾਮ ਦੇ ਨਾਲ ਉਹ ਜ਼ਬਰ ਦੇ ਨਾਲ ਦਬਾ ਦਿੱਤੇ। ਤੋ ਜਿਹੜਾ ਨਹੀਂ ਦਬਾ ਪਾ ਰਹੇ ਹੈ, ਇਹਦੀ ਵੀ ਵਜ੍ਹਾ ਸਿੱਖੀ ਕਰਕੇ ਹੀ ਆ, ਤੇ ਜਿਹੜੀ ਇਹ ਈਰਖਾ ਇਹਦੀ ਵਜ੍ਹਾ ਵੀ ਸਿੱਖੀ ਕਰਕੇ ਹੀ ਹੈ। ਦੇਖੋ, ਜਿਵੇਂ ਭਾਈ ਮਨਤੀਰ ਸਿੰਘ ਹੁਣਾਂ ਨੇ ਕਿਹਾ, ਸਿੱਖਾਂ ਦਾ ਤਾਂ ਫਰਜ਼ ਹੀ ਐਦ ਕੀਤਾ। ਗੁਰੂ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਦਾ ਫਰਜ਼ ਹੀ ਐਦ ਕੀਤਾ, ਜਿਹੜੀ ਉਹ ਜਦਵਾਣੇ ਦੀ ਭਖਿਆ ਤੇ ਜਿਹੜੀ ਗਰੀਬ ਦੀ ਰੱਖਿਆ ਦੀ ਜਿਹੜੀ ਹੈਗੀ ਆ। ਸੋ ਸਾਡਾ ਫਰਜ਼ ਹੀ ਆ, ਪੰਜਾਬ ਜਿਹੜਾ ਸਾਰਾ ਜਿੰਦਾ ਗੁਰੂਆਂ ਦੇ ਨਾਂ ਦੇ ਉੱਤੇ, ਉਹ ਆਪਣਾ ਗੁਰੂ ਕੇ ਸਿੱਖ ਹੋਣ ਦਾ ਫਰਜ਼ ਐਦ ਕਰ ਰਿਹਾ। ਤੇ ਉਹ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ, ਉਹ ਸਮਾਜ ਨੂੰ ਵੰਡਣ ਦੀ ਗੱਲ ਕਰਦੇ ਆ। ਗੁਰੂ ਸਾਹਿਬ ਕਹਿੰਦੇ ਚੌਂ ਵਰਨਾ ਕੋ ਉਪਦੇਸ਼ ਸਾਂਝਾ ਗੁਰਬਾਣੀ ਦਾ, ਤੇ ਉਹਨਾਂ ਦਾ ਜਿਹੜਾ ਹੈਗਾ ਉਹ ਕਹਿੰਦੇ ਵੀ ਨਹੀਂ ਅਸੀਂ ਸਰਵੋੱਚ ਆ, ਉਹ ਅਲੀਟ ਆ ਵੀ ਅਸੀਂ ਆ, ਸਾਡੇ ਬਾਕੀ ਸਾਰੇ ਸੇਵਕ ਆ। ਇੱਥੇ ਸਰਬੱਤ ਦੇ ਭਲੇ ਦੀ ਗੱਲ ਆ, ਉੱਥੇ ਵੰਡ ਕੇ ਰੱਖਣ ਵਾਲੀ ਗੱਲ ਆ। ਸੋ ਇਹ ਟਕਰਾਅ ਤਾਂ ਸ਼ੁਰੂ ਤੋਂ ਹੀ ਰਿਹਾ, ਜਦੋਂ ਦੇ ਗੁਰੂ ਨਾਨਕ ਪਾਤਸ਼ਾਹ ਦਾ ਇਸ ਸੰਸਾਰ 'ਚ ਆਗਮਨ ਹੋਇਆ ਉਦੋਂ ਤੋਂ ਲੈ ਕੇ ਇਹ ਆ। ਤੇ ਗੁਰੂ ਘਰ ਸਿੱਖ ਤਾਂ ਹਮੇਸ਼ਾ ਹੀ ਰਾਵਲ ਦਸਤਾ ਰਿਹਾ ਹਰੇਕ ਸੰਘਰਸ਼ ਦਾ। ਸੋ ਅਸੀਂ ਤਾਂ ਜੋ ਇਤਿਹਾਸ ਨੇ, ਜੋ ਗੁਰੂਆਂ ਨੇ ਸਾਨੂੰ ਰੋਲ ਦਿੱਤਾ, ਉਹ ਨਿਭਾ ਰਹੇ ਹਾਂ ਤੇ ਨਿਭਾਉਂਦੇ ਰਹਾਂਗੇ। ਨਾ ਕਿਸੇ ਦੇ ਰੋਕ ਸਕਦੇ, ਨਾ ਕਿਸੇ ਦੇ ਕਿਹਾ ਵੀ ਤੁਸੀਂ ਕਿਉਂ ਕਰ ਰਹੇ ਹੋ, ਬਾਕੀ ਕਿਸਾਨ ਤਾਂ ਆਏ ਨਹੀਂ, ਜਾਂ ਪੰਜਾਬ ਵਾਲੇ ਕਿਉਂ ਜ਼ਿਆਦਾ ਆ। ਸੋ ਇਹ ਤਾਂ ਇਤਿਹਾਸ ਨੇ ਰੋਲ ਤੈਅ ਕੀਤਾ ਪੰਜਾਬ ਦਾ, ਸਿੱਖਾਂ ਦਾ, ਤੇ ਉਹ ਆਪਣਾ ਰੋਲ ਜਿਹੜਾ ਨਿਭਾ ਰਿਹਾ ਤੇ ਗਾਂ ਵੀ ਨਿਭਾਉਂਦਾ ਰਹੇਗਾ। ਕੁਝ ਲੋਕਾਂ ਦਾ ਮੰਨਣਾ ਹੈ ਕਿ ਜਿਹੜੇ ਰਾਜਨੀਤਿਕ ਲੋਕਾਂ ਨੂੰ ਦੂਰ ਰੱਖਿਆ ਗਿਆ ਉਹ ਬਹੁਤ ਚੰਗੀ ਗੱਲ ਹੋਈ ਹੈ, ਲੇਕਿਨ ਕੁਝ ਇਹ ਕਹਿ ਰਹੇ ਨੇ ਕਿ ਰਾਜਨੀਤਿਕ ਲੋਕਾਂ ਨੂੰ ਦੂਰ ਰੱਖਣਾ ਕਿਤੇ ਨਾ ਕਿਤੇ ਜਿਹੜਾ ਇੱਕ ਸੈਟਬੈਕ ਵੀ ਹੈ। ਤੁਸੀਂ ਇਹ ਨਜ਼ਰੀਏ ਨੂੰ ਕਿਸ ਤਰ੍ਹਾਂ ਲੈਂਦੇ ਹੋ? ਦੇਖੋ, ਮਸਲਾ ਤਾਂ ਇਹ ਅਲਟੀਮੇਟਲੀ ਜਿਹੜੇ ਰਾਜਨੀਤਿਕ ਆਫਿਸ ਹੈ ਉਹਨਾਂ ਰਾਹੀਂ ਹੱਲ ਹੋਣਾ। ਤੋ ਜਿਹੜੇ ਰਾਜਨੀਤਿਕ ਲੋਕ ਵੋਟ ਪੋਲਿਟਿਕਸ ਵਾਲੇ ਆ, ਉਹ ਦੂਰ ਰੱਖੇ ਗਏ ਆ ਇਸ ਕਰਕੇ ਕਿ ਉਹ ਪਾਟੋ ਧਾੜ ਨਾ ਕਰ ਦੇਣ ਜਾਂ ਆਪਣਾ ਕੋਈ ਲਾਹਾ ਨਾ ਲੈ ਲੈਣ, ਉਹ ਗੱਲ ਠੀਕ ਹੈ। ਬਟ ਇਹਦੇ ਜੋ ਪੋਲਿਟਿਕਸ ਨਹੀਂ ਤੁਸੀਂ ਦੂਰ ਰੱਖ ਸਕਦੇ, ਕਿਉਂਕਿ ਮਸਲਾ ਪੋਲੀਟੀਕਲ ਹੈ, ਪੋਲਿਟਿਕਸ ਦੇ ਰਾਹੀਂ ਹੱਲ ਹੋਣਾ। ਤੋ ਉਹਦੇ ਵਿੱਚ ਮੇਰੇ ਖਿਆਲ 'ਚ ਕਿਤੇ ਕੋਈ ਇਮੈਚਿਓਰਿਟੀ ਵੀ ਹੈ, ਪਰ ਚਲੋ ਠੀਕ ਹੈ, ਅਜੇ ਤੱਕ ਨਤੀਜੇ ਸਹੀ ਚੱਲ ਰਹੇ। ਮਾਨਵਾ ਭਾਈ ਵੀ ਪਿਛਲੇ ਦਿਨਾਂ 'ਚ ਅਲੱਗ-ਅਲੱਗ ਰੋਲ ਨਿਭਾਇਆ ਸੁਪਰੀਮ ਕੋਰਟ ਨੇ।
ਕਿਤੇ ਆਪਾਂ ਪੰਜਾਬੀ 'ਚ ਕਹਿ ਰਹੀਏ ਤੋਲਾ, ਕਦੇ ਮਾਸਾ, ਕਦੇ ਐ ਲੱਗਿਆ ਵੀ ਬਿਲਕੁਲ ਹੀ ਕਿਸਾਨੀ ਦੇ ਅੰਦੋਲਨ 'ਚ ਫੇਵਰ 'ਚ ਆ ਰਿਹਾ ਹੈ, ਕਿਤੇ ਫੇਰ ਲੱਗਿਆ ਵੀ ਨਹੀਂ ਇਹ ਗਲਤ ਜਾ ਰਿਹਾ, ਇੱਕ ਕਮੇਟੀ ਬਣਾ ਦਿੱਤੀ ਗਈ, ਸਟੇ ਕਰ ਦਿੱਤਾ ਗਿਆ। ਉਹ ਐਦਾਂ ਜਿਹੜੀ ਉਹ ਬਬਲਿੰਗ ਹੈ, ਕਦੇ ਅਪ ਕਦੇ ਡਾਊਨ। ਤਾਂ ਕੀ ਮੰਨਦੇ ਹੋ ਸੁਪਰੀਮ ਕੋਰਟ ਕਿੱਦਾਂ ਦਾ ਵਹਿਣ ਜਿਹੜਾ ਉਹ ਵਹਿ ਰਹੀ ਹੈ? ਦੇਖੋ, ਜਿਵੇਂ ਵੀ ਹੈ ਸੁਪਰੀਮ ਕੋਰਟ ਇਸ ਸਿਸਟਮ ਦਾ ਹਿੱਸਾ ਹੈਗਾ। ਵੈਸੇ ਜੇ ਕਾਨੂੰਨੀ ਦਾਇਰਿਆਂ ਮੁਤਾਬਕ ਦੇਖੀਏ, ਸੁਪਰੀਮ ਕੋਰਟ ਦਾ ਫਰਜ਼ ਹੈਗਾ ਵੀ ਜਿਹੜਾ ਕੋਈ ਐਗਜ਼ੈਕਟਿਵ ਨੇ ਕਾਨੂੰਨ ਪਾਸ ਕੀਤਾ ਉਹਦੀ ਰਾਖੀ ਕਰਨੀ। ਸੋ ਟੈਕਨੀਕਲੀ ਜਿਵੇਂ ਗੱਲ ਕਹੀ ਜਾਂਦੀ ਹੈ ਵੀ ਇਹ ਸਟੇਟ ਸਬਜੈਕਟ ਸੀ ਖੇਤੀ, ਤਾਂ ਇਹ ਸੈਂਟਰ ਬਣਾ ਹੀ ਨਹੀਂ ਸਕਦੀ ਸੀਗੀ। ਸੋ ਉਹ ਸੁਪਰੀਮ ਕੋਰਟ ਦਾ ਰੋਲ ਤਾਂ ਹੀ ਲੱਗਦਾ ਵੀ ਜੇ ਉਹ ਲੱਗੇ ਵੀ ਉਹ ਰੱਦ ਕਰਨ ਵੀ ਠੀਕ ਆ ਵੀ ਇਹ ਤਾਂ ਤੁਹਾਡੇ ਕੋਲ ਪਾਵਰ ਹੀ ਹੈ ਨਹੀਂ, ਤੁਸੀਂ ਕਿਵੇਂ ਬਣਾਤਾ। ਨਾਲ ਦੀ ਨਾਲ ਰਾਜ ਸਭਾ ਦੇ ਵਿੱਚ ਜੇ ਐਕਟਾਂ ਦੇ ਸੰਬੰਧ 'ਚ ਇਕੱਲੀ ਗੱਲ ਕਰੀਏ ਤੇ ਰਾਜ ਸਭਾ ਦੇ ਵਿੱਚ ਕਿਵੇਂ ਉਹਨਾਂ ਦਾ ਪਾਸ ਹੋਇਆ ਉਹ ਸਾਰਾ ਕੁਝ ਸਾਹਮਣੇ ਹੀ ਆ। ਸੋ ਤਕਨੀਕੀ ਤੌਰ ਦੇ ਉੱਤੇ ਪਰ ਸੁਪਰੀਮ ਕੋਰਟ ਦਾ ਜਿਹੜਾ ਰੋਲ ਆ ਪਿਛਲੇ ਸਮੇਂ ਦਾ, ਉਹ ਸ਼ੱਕ ਦੇ ਦਾਇਰੇ ਦੇ ਵਿੱਚ ਹੀ ਰਿਹਾ ਆ। ਕੋਈ ਬਹੁਤੇ ਫੈਸਲੇ ਇਸ ਤਰ੍ਹਾਂ ਦੇ ਨਹੀਂ ਆ ਸਕੇ, ਜ਼ਿਆਦਾ ਕਰਕੇ ਹਾਇਰ ਜਿਹੜੀਆਂ ਕੋਰਟਾਂ ਹੈਗੀਆਂ ਸੁਪਰੀਮ ਕੋਰਟ ਜਾਂ ਜਿਹੜੀਆਂ ਹਾਈ ਕੋਰਟਾਂ ਹੈਗੀਆਂ। ਸੋ ਇਹ ਡਿਪੈਂਡ ਕਰਦਾ ਉੱਥੇ ਜੱਜ ਕਿਹੜੇ ਕੋਲ ਆ। ਹੁਣ ਐਜ਼ ਏ ਰੂਲ ਆਫ ਲਾ ਜਾਂ ਕੁਆਲਿਟੀ ਬਿਫੋਰ ਲਾ ਨਹੀਂ ਚੱਲ ਰਿਹਾ। ਜੱਜ ਕੌਣ ਆ ਤੇ ਉਹਦੀ ਪੋਲੀਟੀਕਲ ਮਨਸ਼ਾ ਕੀ ਆ ਅੱਗੇ। ਜਿਵੇਂ ਪਹਿਲਾਂ ਜੱਜ ਸੀਗਾ ਉਹ ਰੰਜਨ ਗਗੋਈ ਸੀ, ਉਹ ਕਿਸੇ ਟਾਈਮ ਸੁਪਰੀਮ ਕੋਰਟ 'ਚ ਜਿਹੜੇ ਸਿਸਟਮ ਦੇ ਖਿਲਾਫ ਉਹ ਸਾਹਮਣੇ ਆਇਆ। ਬਾਅਦ ਦੇ ਵਿੱਚ ਪਿਕ ਐਂਡ ਚੂਜ਼ ਉਹਨੂੰ ਬੀਜੇਪੀ ਨੇ ਚੁੱਕ ਲਿਆ, ਮੁੜ ਕੇ ਉਹਨੇ ਫੇਵਰੇਬਲ ਫੈਸਲੇ ਲਏ ਸਰਕਾਰ ਦੇ ਬਿਲਕੁਲ ਹੀ ਜਿਹੜੇ ਨਹੀਂ ਸੀ ਬਣਦੇ, ਤੇ ਬਾਅਦ ਦੇ ਵਿੱਚ ਉਹਨੂੰ ਰਾਜ ਸਭਾ ਦੀ ਸੀਟ ਮਿਲ ਗਈ। ਹੁਣ ਇਦਾਂ ਦੀਆਂ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਸੁਪਰੀਮ ਕੋਰਟ ਦੀਆਂ, ਫਿਰ ਲੋਕਾਂ ਨੂੰ ਉਸ ਤਰ੍ਹਾਂ ਭਰੋਸਾ ਰਹਿੰਦਾ ਨਹੀਂ। ਜਾਂ ਬਹੁਤ ਸਾਰੇ ਫੈਸਲੇ ਐਸੇ ਆ ਜਿਹੜੇ ਬਿਲਕੁਲ ਹੀ ਸੁਪਰੀਮ ਕੋਰਟ ਦੇ ਇਸ ਤਰ੍ਹਾਂ ਦੇ ਫੈਸਲੇ ਲਏ ਜਿਸ ਤੋਂ ਸਿੱਧਾ ਲੱਗਦਾ ਵੀ ਸੁਪਰੀਮ ਕੋਰਟ ਦੇ ਜੱਜਾਂ ਨੇ ਝੂਠ ਬੋਲ ਕੇ ਇਹੋ ਜਿਹੇ ਫੈਸਲੇ ਕੀਤੇ ਆ। ਸੋ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਜਿੱਥੇ ਐਗਜ਼ੈਕਟਿਵ ਜਾਂ ਸਰਕਾਰ ਜਾਂ ਬੀਜੇਪੀ ਸਰਕਾਰ ਜਾਂ ਪੋਲੀਟੀਕਲ ਪਾਰਟੀਆਂ ਹੈਗੀਆਂ, ਸੋ ਸੁਪਰੀਮ ਕੋਰਟ ਦੇ ਉੱਤੇ ਵੀ ਲੋਕਾਂ ਦਾ ਉਸ ਤਰ੍ਹਾਂ ਯਕੀਨ ਨਹੀਂ ਹੈਗਾ। ਉਹਨਾਂ ਨੂੰ ਲੱਗਦਾ ਵੀ ਜੇ ਕੋਈ ਸੁਪਰੀਮ ਕੋਰਟ, ਜਿਵੇਂ ਤੁਸੀਂ ਕਿਹਾ ਵੀ ਉਹਨਾਂ ਲੱਗਦਾ ਵੀ ਹੱਕ 'ਚ ਦਿੱਤਾ, ਸੋ ਉਹ ਇਸ ਤਰ੍ਹਾਂ ਹੀ ਦੇ ਰਹੇ ਵੀ ਸਾਡਾ ਸ਼ਾਇਦ ਵਿਸ਼ਵਾਸ ਬਣਿਆ ਰਹੇ। ਪਰ ਸੁਪਰੀਮ ਕੋਰਟ ਜੇ ਹੱਕ 'ਚ ਵੀ ਦਿੰਦੀ ਆ ਤਾਂ ਲੋਕੀ ਸਮਝਦੇ ਵੀ ਜ਼ਰੂਰ ਇਹ 'ਚ ਕੋਈ ਟਰੈਪ ਆ ਜਿਹ 'ਚ ਸਾਨੂੰ ਫਸਾ ਕੇ ਤੇ ਮੁੜ ਕੇ ਸਾਨੂੰ ਸਾਡੀ ਸੰਗੀ ਕੁੱਟੀ ਜਾਊਗੀ। ਸੋ ਸੁਪਰੀਮ ਕੋਰਟ ਦਾ ਰੋਲ ਸ਼ੱਕੀ ਰਿਹਾ। ਕੋ ਵੱਡਾ ਜਿਹੜਾ ਚਾਹੀਦਾ ਸੀ ਉਹ ਸੁਪਰੀਮ ਕੋਰਟ ਕਹੇ ਵੀ ਹਾਂ ਵੀ ਸਾਰੀ ਦੁਨੀਆ ਦੀ ਇਹ 'ਚ ਹੈਗੀ ਆ, ਅਸੀਂ ਖਾਰਜ ਕਰਦੇ ਹਾਂ, ਗੱਲ ਖਤਮ ਆ। ਸੁਪਰੀਮ ਕੋਰਟ ਦਾ ਵੀ ਆਪਣਾ ਜਿਹੜਾ ਸਟੇਟਸ ਬਣਿਆ ਰਵੇ। ਪਰ ਸੁਪਰੀਮ ਕੋਰਟ ਦਾ ਰੋਲ ਪਿਛਲੇ 6-7 ਸਾਲ ਤੋਂ ਬਹੁਤ ਯਾਨੀ ਕਿ ਸ਼ੱਕੀ ਤੇ ਇੱਕ ਪਾਸੜ ਫੈਸਲਿਆਂ ਦਾ ਰਿਹਾ, ਇਸ ਕਰਕੇ ਲੋਕੀ ਯਕੀਨ ਨਹੀਂ ਕਰ ਰਹੇ। ਇੱਕ ਮੇਰਾ ਹੋਰ ਪ੍ਰਸ਼ਨ ਹੈ ਕਿ ਇੱਕ ਬੀਜੇਪੀ ਦੇ ਜਿਹੜੇ ਆਗੂ ਨੇ ਜਾਂ ਉਹਨਾਂ ਦਾ ਜਿਹੜਾ ਖਰੀਦਿਆ ਮੀਡੀਆ ਕਹਿ ਲਈਏ, ਉਹ ਇੱਕ ਗੱਲ ਬਾਰ-ਬਾਰ ਕਰੀ ਜਾਂਦਾ ਇਹ ਓਪੋਜੀਸ਼ਨ ਕਰਵਾ ਰਹੀ ਹੈ, ਓਪੋਜੀਸ਼ਨ ਕਰਵਾ ਰਹੀ ਹੈ। ਔਰ ਦੂਜੇ ਪਾਸੇ ਦੇਖਿਆ ਜਾਵੇ ਕਿ ਜਦੋਂ ਪਿੱਛੇ ਛੋਟੀਆਂ-ਮੋਟੀਆਂ ਘਟਨਾਵਾਂ ਹੋਈਆਂ, ਕਾਂਗਰਸ ਦੀ ਸਰਕਾਰ ਸੀ ਸੈਂਟਰ 'ਚ, ਉਦੋਂ ਬਾਬਾ ਰਾਮਦੇਵ ਨੂੰ ਪ੍ਰੋਜੈਕਟ ਕਰ ਦੇਣਾ, ਅੰਨਾ ਹਜ਼ਾਰੇ ਨੂੰ ਲਿਆ ਕੇ ਪਲਾਂਟ ਕਰ ਦੇਣਾ, ਉਹਨਾਂ ਸਾਰਿਆਂ ਨੂੰ ਪਲਾਂਟ ਕਰਨ ਪਿੱਛੇ ਉਦੋਂ ਵੀ ਇੱਕ ਓਪੋਜੀਸ਼ਨ ਹੀ ਸੀਗੀ। ਇੱਕ ਪਾਸੇ ਜਿਹੜੀ ਸਰਕਾਰ ਹੈ ਓਪੋਜੀਸ਼ਨ ਦੇ ਉੱਤੇ ਇਦਾਂ ਦਾ ਜਿਹੜਾ ਦੋਸ਼ ਲਾ ਰਹੀ ਹੈ ਕਿ ਸਾਰਾ ਕੁਝ ਓਪੋਜੀਸ਼ਨ ਕਰਾ ਰਹੀ ਹੈ, ਔਰ ਕਿਤੇ ਨਾ ਕਿਤੇ ਦੂਜੇ ਪਾਸੇ ਦੇਖਿਆ ਜਾਵੇ ਕਿ ਓਪੋਜੀਸ਼ਨ ਵੀ ਇੱਕ ਨਾ ਜਿਵੇਂ ਡਿਫੈਂਸ ਖੇਡ ਰਹੀ ਹੁੰਦੀ ਹੈ ਵੀ ਬਸ ਆਪਾਂ ਡਿਫੈਂਸ 'ਚ ਬੈਠੇ ਰਹੋ, ਮਾੜਾ ਮੋਟਾ ਜਿਹਾ ਕੁਝ ਹੁੰਦਾ ਤਾਂ ਰੋਟੀਆਂ ਸੇਕਦੇ ਰਹੋ। ਓਪੋਜੀਸ਼ਨ ਦਾ ਜਦੋਂ ਕਿ ਬਣਦਾ ਸੀਗਾ ਕਿ ਜੇ ਉਹਨਾਂ ਨੂੰ ਉਹ ਇਸੇ ਡਰ ਕਰਕੇ ਬੈਠੇ ਨੇ ਵੀ ਸਾਡੇ ਤੇ ਪਤਾ ਨਹੀਂ ਕੀ ਦੋਸ਼ ਲੱਗੀ ਜਾਂਦਾ, ਇੱਥੇ ਕਿਤੇ ਨਾ ਕਿਤੇ ਐਂ ਲੱਗ ਰਿਹਾ ਵੀ ਜਿਹੜੀ ਓਪੋਜੀਸ਼ਨ ਹੈ ਨਾ ਉਹ ਲੀਡਰਲੈਸ ਹੈ, ਵੀ ਸ਼ਾਇਦ ਇਸ ਟਾਈਮ ਕੋਈ ਲੀਡਰ ਹੀ ਨਹੀਂ। ਕੀ ਇਹਦੇ ਬਾਰੇ ਕੋਈ ਨਹੀਂ, ਇਹ ਇੱਕ ਤਾਂ ਜਿਹੜਾ ਬੀਜੇਪੀ ਦਾ ਮਸਲਾ ਹੈ, ਬੀਜੇਪੀ ਦੇ ਵਿੱਚ ਇਹ ਕੌਣ ਕਰਾ ਰਿਹਾ ਹੈ, ਇਹਦੇ ਸੰਬੰਧੀ ਇੱਕ ਸੁਰ ਨਹੀਂ ਹੈ। ਕੋਈ ਕਹਿੰਦਾ ਆਪੋਜੀਸ਼ਨ ਕਰਾ ਰਹੀ, ਕੋਈ ਕਹਿੰਦਾ ਖਾਲਿਸਤਾਨ ਵਾਲੇ ਕਰਾ ਰਹੇ, ਕੋਈ ਕਹਿੰਦਾ ਇਹ ਨਕਸਲਵਾੜੀ ਕਰਾ ਰਹੇ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਉਹਦੀ ਇੱਕ ਵਜ੍ਹਾ ਤਾਂ ਇਹ ਆ ਕਿ ਉਹ ਵਾਕਿਆ ਹੀ ਬਹੁਤ ਕਨਫਿਊਜ਼ਡ ਹੈ ਬੀਜੇਪੀ, ਉਹਨੂੰ ਪਤਾ ਨਹੀਂ ਲੱਗ ਰਿਹਾ ਕਿਆ ਕਰੀਏ। ਦੂਜਾ ਮਸਲਾ ਇਹ ਹੋ ਗਿਆ ਕਿ ਬੀਜੇਪੀ ਦੇ ਅੰਦਰਲੀ ਜਿਹੜੀ ਫੁੱਟ ਸੀਗੀ ਉਹ ਇਹ ਪ੍ਰੈਸ਼ਰ ਪੈਣ ਦੇ ਨਾਲ ਉਹ ਉੱਭਰ ਗਈ ਹੈ। ਬੀਜੇਪੀ ਦੇ ਅੰਦਰ 3-4 ਧੜੇ ਸੀਗੇ, ਸਾਰੇ ਧੜਿਆਂ ਦੇ ਵਿੱਚ ਹੀ ਆਪਦਾ ਪ੍ਰਧਾਨ ਮੰਤਰੀ ਆਪਣੇ ਹੱਥ 'ਚ ਪਾਵਰ ਲੈਣ ਦੀ ਹੈ, ਤਾਂ ਉਹ ਸਾਰੇ ਧੜੇ ਵੱਖੋ ਵੱਖ ਗੇਮ ਖੇਡ ਰਹੇ। ਤਾਂ ਇਸ ਕਰਕੇ ਇਹ ਹੈ ਕਿ ਬੀਜੇਪੀ ਇੱਕ ਨਹੀਂ ਹੈ, ਉਹਦੇ 'ਚ ਫੁੱਟ ਹੈ ਤੇ ਨਾ ਉਹਨਾਂ ਨੂੰ ਪਤਾ ਲੱਗ ਰਿਹਾ ਐਕਚੁਅਲੀ ਵੀ ਕਿਆ ਹੋ ਰਿਹਾ। ਦੂਜੀ ਗੱਲ ਹੈਗੀ ਆ ਆਪੋਜੀਸ਼ਨ ਦੀ। ਹੁਣ ਆਪੋਜੀਸ਼ਨ 'ਚ ਮੇਨ ਕਾਂਗਰਸ ਹੈ, ਕਾਂਗਰਸ ਇਹਦੇ ਤੇ ਬੋਲ ਹੀ ਨਹੀਂ ਸਕਦੀ ਨੈਤਿਕ ਤੌਰ ਦੇ ਉੱਤੇ। ਇਹ ਜੋ ਪਾਲਿਸੀ ਬੀਜੇਪੀ ਨੇ ਲਾਗੂ ਕੀਤੀ ਆ, ਇਹ ਸਾਰੀਆਂ ਬਣਾਈਆਂ ਤਾਂ ਕਾਂਗਰਸ ਦੀਆਂ ਹੋਈਆਂ। ਤੋ ਜਿਹਨੇ ਇਹ ਸਾਰੀ ਇਕਨੋਮਿਕ ਪਾਲਿਸੀ ਆ ਜਿਹਦੇ ਵਿੱਚੋਂ ਇਹ ਆ ਕੇ ਸਾਰੀਆਂ ਲੱਗੀਆਂ, ਉਹ ਇਕਨੋਮਿਕ ਪਾਲਿਸੀ ਲੈ ਕੇ ਹੀ ਉਹ ਆਈ ਆ। ਤੋ ਇਸ ਕਰਕੇ ਜਿਹੜੀ ਪੋਲੀਟੀਕਲ ਆਪੋਜੀਸ਼ਨ ਹੈ ਪਾਰਟੀਆਂ ਦੀ, ਉਹ ਨੈਤਿਕ ਤੌਰ ਤੇ ਕੋਈ ਨੂੰ ਸਾਬਤ ਤੌਰ ਦੇ ਉੱਤੇ ਐਡਰੈਸ ਕਰਨ ਦੇ ਸਮਰੱਥ ਹੀ ਨਹੀਂ ਹੈ। ਕਿ ਆਰਐਸਐਸ ਕੀ ਸੋਚਦੀ ਇਹਦੇ ਬਾਰੇ ਅਸੀਂ ਕੀ ਕਹਿ ਸਕਦੇ, ਤਾਂ ਆਰਐਸਐਸ ਹੀ ਜਾਣਦੀ ਆ ਵੀ ਉਹਨਾਂ ਦੀ ਕੀ ਪਾਲਿਸੀ ਆ।
ਦੂਜੀ ਸਿੱਖ ਵਰਸਸ ਬੀਜੇਪੀ ਨਹੀਂ ਹੈਗਾ, ਇਹ ਸਿੱਖ ਵਰਸਸ ਜਿਹੜਾ ਵੀ ਕੋਈ ਜਰਵਾਣਾ ਆ ਉਹ ਆ ਵੀ ਇਹ ਇਰੈਲੇਵੈਂਟ ਆ ਵੀ ਬੀਜੇਪੀ ਆ ਜਾਂ ਕਾਂਗਰਸ ਆ ਜਾਂ ਦੂਜੀਆਂ ਜਾਂ ਤੀਜੀਆਂ ਜਾਂ ਖੱਬੀਆਂ ਸੱਜੀਆਂ ਪਾਰਟੀਆਂ ਹੈਗੀਆਂ। ਸੋ ਇਹ ਤਾਂ ਇਹ ਆ ਵੀ ਬਣਾ ਕਿਉਂ ਰਿਹਾ ਇਸ਼ੂ, ਜਿੱਦਾਂ ਹੁਣ ਕੁਛ ਤਾਂ ਕਹਿਣਗੇ ਜੀ ਕਿਸਾਨਾਂ ਦੀ ਸਰਕਾਰ ਦੇ ਨਾਲ ਆ, ਕੁਛ ਕਹਿਣਗੇ ਨਹੀਂ ਸਿੱਖਾਂ ਦੀ ਇਹ ਦਿੱਲੀ ਨਾਲ ਜਾਂ ਪੰਜਾਬ ਦੀ ਦਿੱਲੀ ਦੇ ਨਾਲ ਹੈਗੀ ਆ, ਫਿਰ ਹਰਿਆਣਾ ਉਹ ਵੀ ਹੋ ਗਿਆ। ਸੋ ਇਹ ਤਾਂ ਜਿਹੜੀ ਜਿਵੇਂ ਆਪਾਂ ਸ਼ੁਰੂ ਜਿੱਥੋਂ ਗੱਲ ਕੀਤੀ ਸੀਗੀ ਵੀ ਸਿੱਖਾਂ ਦਾ ਤਾਂ ਜਿਹੜਾ ਵੀ ਕੋਈ ਜ਼ੁਲਮ ਕਰਨ ਵਾਲਾ ਉਹਦੇ ਬਰਖਲਾਫ ਸੰਘਰਸ਼ ਕਰਨਾ, ਭਾਵੇਂ ਉਹ ਪੱਗ ਤੇ ਦਾੜੀ ਵਾਲੇ ਬਾਦਲ ਨੇ ਜਿਵੇਂ ਜੋ ਕੀਤਾ ਪੰਜਾਬ ਦੇ ਵਿੱਚ, ਉਹ ਪੋਲਿਟਿਕਸ ਹੈਗੀ ਆ, ਬਾਦਲਵਾਦ ਹੈਗਾ ਹਨਾ, ਉਹ ਪੋਲਿਟਿਕਸ ਦੇ ਖਿਲਾਫ ਵੀ ਆ ਜਿਹੜਾ ਹੈਗਾ। ਸੋ ਇਹ ਸਿੱਖ ਦੇ ਖਿਲਾਫ ਬੀਜੇਪੀ ਨਹੀਂ ਹੈਗੀ। ਜੇ ਬੀਜੇਪੀ ਕੱਲ ਨੂੰ ਕੋਈ ਚੰਗਾ ਕੰਮ ਕਰਦੀ ਆ ਤਾਂ ਸਿੱਖ ਖਿਲਾਫ ਨਹੀਂ, ਕਿ ਸਿੱਖ ਦਾ ਜਿਹੜਾ ਕੋਈ ਉਹਨਾਂ ਦਾ ਡਿਸੀਜਨ ਆ ਉਹਦੇ ਖਿਲਾਫ ਆ। ਤੇ ਸਿੱਖਾਂ ਦੀ ਸਿੱਖ ਨਹੀਂ ਹੈਗੇ ਅਕਾਲ ਤਖਤ ਵਰਸਸ ਦਿੱਲੀ ਕਹਿ ਸਕਦੇ ਹੋ ਤੁਸੀਂ, ਉਹ ਦਿੱਲੀ ਤੇ ਕੌਣ ਕਾਬਜ ਆ, ਤੇ ਅਕਾਲ ਤਖਤ ਦਾ ਜਿਹੜਾ ਕੋਈ ਸਰਬੱਤ ਦੇ ਭਲੇ ਦਾ ਸੰਦੇਸ਼ ਆ ਉਹਨਾਂ ਦਾ ਵੰਡ ਕੇ ਰੱਖਣ ਵਾਲਾ ਹੈਗਾ। ਸੋ ਇਹ ਤਾਂ ਇਹ ਸੱਚ ਨੇਕੀ ਦੇ ਬਦੀ ਦੀ ਜਿਹੜੀ ਲੜਾਈ ਹੈਗੀ ਆ, ਜਿਹੜਾ ਖਾਲਸੇ ਦਾ ਫਰਜ਼ ਹੈਗਾ, ਉਹ ਕੋਈ ਵੀ ਹੋਇਆ ਦੂਜੇ ਪਾਸੇ ਜਿਹੜਾ ਗਰੀਬ ਦੇ ਨਾਲ ਧੱਕਾ ਕਰਦਾ, ਜਿਹੜਾ ਸ਼ੋਸ਼ਣ ਕਰਦਾ, ਉਹਦੇ ਖਿਲਾਫ ਲੜਨਾ ਖਾਲਸੇ ਦਾ ਸਿੱਖ ਦਾ ਫਰਜ਼ ਹੈਗਾ। ਸੋ ਇਹ ਤਾਂ ਉਹਨਾਂ ਦੀ ਆ ਵੀ ਉਹਨਾਂ ਨੇ ਕੀ ਕਹਿਣਾ ਵੀ ਸਿੱਖ ਬੀਜੇਪੀ ਆ ਜਾਂ ਸਿੱਖ ਪੰਜਾਬ ਦਿੱਲੀ ਆ ਜਾਂ ਕਿਸਾਨ ਸਰਕਾਰ ਆ। ਸੋ ਇਹ ਹੈਗਾ ਵੀ ਤੁਹਾਡਾ ਨਿਸ਼ਾਨਾ ਕੀ ਆ। ਸੋ ਇਹਦੇ 'ਚ ਤੁਸੀਂ ਦੇਖੋ ਵੀ ਆਪਾਂ ਕਿਵੇਂ ਸੋਚਦੇ ਜੇ, ਅਸੀਂ ਤਾਂ ਸੋਚੀਦਾ ਵੀ ਇਹ ਜਿਹੜੀ ਜਦੋਂ 84 ਤੋਂ ਜੇ ਗੱਲ ਸ਼ੁਰੂ ਕਰੀਏ ਵੀ ਸਿੱਖਾਂ ਦੀ ਅਕਾਲ ਤਖਤ ਸਾਹਿਬ ਦੀ ਜਿਹੜੀ ਆ ਉਹਦੇ ਨਾਲ ਹੈਗੀ ਆ, ਦਿੱਲੀ ਦੇ ਨਾਲ, ਉਹਨਾਂ ਦੇ ਵੰਡ ਕੇ ਰੱਖਣ ਵਾਲੀ ਆ, ਸਾਡੀ ਸਾਂਝੀਵਾਲਤਾ ਦਾ ਸੰਦੇਸ਼ ਹੈਗਾ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਸਾਨੂੰ ਇਸ ਤਰ੍ਹਾਂ ਇਸ ਨਜ਼ਰੀਏ ਤੋਂ ਮੈਂ ਸਮਝਦਾ ਦੇਖਣਾ ਚਾਹੀਦਾ ਵੀ ਬੀਜੇਪੀ ਜਾਂ ਆਰਐਸਐਸ ਉਹ ਕੀ ਸੋਚਦੀ ਆ, ਉਹਨਾਂ ਦਾ ਵੱਖਰਾ ਆਪਣਾ ਪਾਲਿਸੀ ਹੈਗੀ ਆ ਤੇ ਉਹਨਾਂ ਦੀ ਨੀਤੀਆਂ ਹੈਗੀਆਂ, ਉਹਦੇ ਹਿਸਾਬ ਨਾਲ ਕੰਮ ਕਰ ਰਹੇ ਆ। ਸੋ ਸਿੱਖ ਤਾਂ ਬੇਗਾਨਾ ਮਹਿਸੂਸ ਕਰ ਹੀ ਰਹੇ ਆ, ਆਪਣੇ ਆਪ ਨੂੰ ਸਿੱਖ ਤਾਂ ਬੇਗਾਨਾ ਮਹਿਸੂਸ ਕਰ ਹੀ ਰਹੇ 1947 ਤੋਂ 1950 ਤੋਂ। ਸੋ ਇਹ ਤਾਂ ਵੱਖ-ਵੱਖ ਪੜਾਅ ਆ ਜਾਂਦੇ, ਕਦੀ ਪੰਜਾਬੀ ਸੂਬਾ ਮੋਰਚਾ, ਕਦੀ ਧਰਮ ਯੁੱਧ ਮੋਰਚਾ, ਕਦੀ ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਫਿਰ ਇਨਸਾਫ ਨਾ ਮਿਲਣਾ। ਸੋ ਉਹਨਾਂ ਲੜੀਆਂ ਦੇ ਵਿੱਚ ਹੀ ਇਹ ਜਿਹੜੇ ਕਾਨੂੰਨ ਹੈਗੇ ਆ ਜਾਂ ਸੈਂਟਰ ਦਾ ਜਿਹੜਾ ਹੈਗਾ ਉਹ ਫੈਡਰਲ ਜਿਹੜਾ ਮਾੜਾ ਮੋਟਾ ਇੰਡੀਆ ਦਾ ਅੱਗੇ ਸੀਗਾ ਉਹਨੂੰ ਤੋੜ ਕੇ ਬਿਲਕੁਲ ਹੀ ਕੇਂਦਰਵਾਦ ਕਰਨਾ ਹਨਾ, ਸੰਘੀ ਢਾਂਚਾ ਬਿਲਕੁਲ ਜਿਹੜਾ ਮਾੜਾ ਮੋਟਾ, ਜਿਵੇਂ ਹੁਣ ਮਨਤੀਰ ਸਿੰਘ ਉਹਨਾਂ ਨੇ ਗੱਲ ਕੀਤੀ ਵੀ ਸਟੇਟਾਂ ਦੇ ਪੱਲੇ ਕੀ ਰਹਿ ਗਿਆ। ਜੇ ਕੋਈ ਪੋਲਿਟਿਕਸ ਪੰਜਾਬ 'ਚ ਚੱਲਦੀ ਵੀ ਅਸੀਂ ਪੰਜਾਬ ਦੇ ਵਿੱਚ ਵੋਟਾਂ ਲੜੀਏ ਜਾਂ ਰਾਜ ਕਰੀਏ, ਉਹ ਜਿਹੜੇ ਆਲਰੇਡੀ ਬੈਠੇ ਹੈਗੇ ਉਹੀ ਨਹੀਂ ਕੁਝ ਕਰ ਸਕਦੇ। ਪੰਜਾਬ ਦਾ ਮੁੱਖ ਮੰਤਰੀ ਜਾਂ ਸਟੇਟਾਂ ਦੇ ਮੁੱਖ ਮੰਤਰੀ ਦਾ ਜੇ ਮੇਲ ਦੀ ਕੁਰਸੀ ਹੋ ਗਈ, ਝੰਡੀ ਵਾਲੀ ਕਾਰ ਲੈ ਕੇ ਘੁੰਮੋ, ਵਿਧਾਨ ਸਭਾ 'ਚ ਪਾਸ ਕੀਤੇ ਮਤਿਆਂ ਦੀ ਉਹਨਾਂ ਦੀ ਵੁਕਤ ਕੋਈ ਨਹੀਂ। ਜਿਹੜੀ ਲਾ ਐਂਡ ਆਰਡਰ ਤੇ ਸਟੇਟ ਸਬਜੈਕਟ ਹੈਗੇ ਆ, ਖੇਤੀ ਵਰਗੇ, ਉਹ ਸਾਰੇ ਸੈਂਟਰ ਲੈ ਗਏ। ਤੁਸੀਂ ਅੱਗੇ ਦੇਖੋ ਸੈਂਟਰ ਦੇ ਵਿੱਚ ਵੀ ਕੀ ਹੋਇਆ, ਸੈਂਟਰ ਦੀਆਂ ਵੀ ਕੈਬਨਿਟ ਜਿਹੜੀਆਂ ਮਿਨਿਸਟਰੀਆਂ ਹੈਗੀਆਂ ਵੱਖ-ਵੱਖ, ਉਹ ਇੰਡੀਪੈਂਡੈਂਟ ਨਹੀਂ ਹੈਗੀਆਂ, ਸਾਰੀਆਂ ਪੀਐਮ ਆਫਿਸ ਨੂੰ ਹੈਗਾ। ਸੋ ਇਹ ਬਿਲਕੁਲ ਸੰਕਰੀਨ ਯਾਨੀ ਕਿ ਹੋ ਰਿਹਾ ਹੈਗਾ। ਇਹ ਤਾਂ ਇੱਕ ਵੱਡਾ ਖਿੱਤਾ ਸੀਗਾ ਜਿਸ 'ਚ ਵੱਖ-ਵੱਖ ਕਲਚਰ, ਬੋਲੀਆਂ, ਵੱਖ-ਵੱਖ ਧਰਮ ਰਹਿੰਦੇ ਸੀ। ਸੋ ਉਹਨੂੰ ਨੂਰਿਆ ਅੰਗਰੇਜ਼ਾਂ ਨੇ ਇੱਕ ਖਿੱਤਾ ਬਣਾਇਆ। ਹੁਣ ਇਹ ਸਾਰੇ ਕਾਸੇ ਨੂੰ ਇੱਕ ਰੰਗ ਜਿਹੜਾ ਰੰਗ ਰਿਹਾ, ਜਿਹਦੇ ਖਿਲਾਫ ਇਹ ਜਿਹੜਾ ਸੰਘਰਸ਼ ਚੱਲ ਰਿਹਾ ਇਕੱਲਾ ਖੇਤੀ ਬਿੱਲਾਂ ਦਾ ਨਹੀਂ ਹੈਗਾ, ਇਹ ਪੰਜਾਬ ਤੇ ਸਿੱਖ ਖਾਸ ਤੌਰ ਤੇ ਜਿਹੜਾ ਪਿਛਲੇ 70 ਸਾਲਾਂ ਦਾ ਕੁਦਰਤ ਦੇ ਬਰਖਲਾਫ ਹਰਾ ਇਨਕਲਾਬ ਲਿਆ ਕੇ ਵੀ ਸਾਡੀ ਜਿਹੜੀ ਆ ਗਲੇ 'ਚ ਅੰਗੂਠਾ ਦਿੱਤਾ, ਤੇ ਹੁਣ ਉਹ ਕਹਿੰਦੇ ਸਾਨੂੰ ਲੋੜ ਨਹੀਂ ਹੈਗੀ। ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਲੰਬਾ ਜੋ ਇੰਡੀਅਨ ਸਿਸਟਮ ਨੇ, ਦਿੱਲੀ ਤਖਤ ਨੇ ਇਸ ਖਿੱਤੇ ਦੇ ਵਸਦੇ ਲੋਕਾਂ ਦੇ ਬਰਖਲਾਫ ਜੋ ਕੁਝ ਕੀਤਾ ਹੈਗਾ, ਉਹਦੇ ਖਿਲਾਫ ਇੱਕ ਮੁਹਾਜ਼ ਹੈਗਾ ਸਾਂਝਾ, ਤੇ ਉਹਨਾਂ ਦੀਆਂ ਨੀਤੀਆਂ ਦੇ ਬਰਖਲਾਫ ਇਹ ਸੰਘਰਸ਼ ਹੈਗਾ। ਇਹ ਇਕੱਲਾ ਖੇਤੀ ਕਾਨੂੰਨਾਂ ਤੱਕ ਨਹੀਂ ਹੈਗਾ, ਇਹ ਲੜਾਈ ਲੰਬੀ ਆ। ਬਹੁਤ-ਬਹੁਤ ਧੰਨਵਾਦ ਜੀ, ਸਾਡੇ ਨਾਲ ਜੁੜੇ ਸੀਗੇ ਭਾਈ ਮਨਤੀਰ ਸਿੰਘ ਜੀ ਔਰ ਐਡਵੋਕੇਟ ਮਾਂਝਪੁਰ ਜੀ।